और ਸਾਡੇ ਨਾਲ ਇਸ ਵੇਲੇ ਲਾਈਨ ਤੇ ਹੈਗੇ ਨੇ ਅਨੂ ਮਲਹੋਤਰਾ ਹੋਰੀ ਪੇਸ ਲਾ ਫਰਮ ਤੋਂ ਔਰ ਹਮੇਸ਼ਾ ਜਦੋਂ ਵੀ ਆਉਂਦੇ ਨੇ ਬਹੁਤ ਹੀ ਕੀਮਤੀ ਜਿਹੜੀ ਜਾਣਕਾਰੀ ਸਾਂਝੀ ਕਰਦੇ ਨੇ। ਅਨੂ ਜੀ ਤੁਹਾਡਾ ਵੈਲਕਮ ਕਰਦੇ ਹਾਂ ਪ੍ਰਵਾਸੀ ਦੇ ਵਿੱਚ ਜੀ। ਹਾਂਜੀ, ਗੁੱਡ ਮਾਰਨਿੰਗ ਮੀਨਾਕਸ਼ੀ ਜੀ, ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ ਤੇ ਆਦਾਬ। और जी अनु जी, अक्सर ਅਸੀਂ देखते हैं कि बहुत सारे ਜਿਹੜੇ रूल्स ਤੇ ਬਣਾਏ ਜਾਂਦੇ ਨੇ ਪਰ ਛੋਟੀ ਛੋਟੀ ਜਿਹੜੀਆਂ ਗੱਲਾਂ ਦਾ ਜਿਹੜਾ ਖਿਆਲ ਰੱਖਣ ਦੇ ਨਾਲ ਜਿਹੜੀ ਹੈ ਰੋਡ ਤੇ ਵਿੱਚ ਜਿਹੜੀ ਸੇਫਟੀ ਜਿਹੜੀ ਬਰਕਰਾਰ ਕੀਤੀ ਜਾ ਸਕਦੀ, ਖਾਸ ਕਰਕੇ ਜਿਹੜੇ ਵਹੀਕਲਸ ਹੈਗੇ ਨੇ ਉਹ ਓਨਰਸ ਦੀ ਕੀ ਰਿਸਪੌਂਸਿਬਿਲਿਟੀ ਹੈਗੀ ਹੈ ਕਿ ਆਪਣੇ ਵਹੀਕਲਸ ਨੂੰ ਜਿਹੜਾ ਹੈ ਬਿਲਕੁਲ ਠੀਕ ਕਰਾ ਕੇ ਰੱਖਣ, ਭਾਵੇਂ ਕਿ ਕਾਰਸ ਨੇ, ਵੱਡੇ ਟਰੱਕਸ ਵਗੈਰਾ ਹੈਗੇ ਜਾਂ ਮੋਟਰਸਾਈਕਲਸ ਹੈਗੇ, ਤੇ ਇਸ ਤਰ੍ਹਾਂ ਦੀ ਕਿਹੜੀਆਂ ਰਿਸਪੌਂਸਿਬਿਲਿਟੀਜ਼ ਜਿਹੜੀਆਂ ਹੈਗੀਆਂ ਨੇ ਓਨਰਸ ਦੀਆਂ ਹੈਗੀਆਂ? ਮੀਨਾਕਸ਼ੀ ਜੀ, ਜਿੱਦੇ ਵੀ ਆਟੋਮੋਬਾਈਲ ਹੁੰਦੇ ਨੇ ਓਨਟਾਰੀਓ ਦੇ ਵਿੱਚ ਵੀ, ਬਾਕੀ ਵੀ ਜਿੰਨੇ ਵੀ ਓਨਰਸ ਨੇ, ਉਹਨਾਂ ਦੀ ਲੀਗਲ ਰਿਸਪੌਂਸਿਬਿਲਿਟੀ ਹੁੰਦੀ ਹੈ ਕਿ ਉਹ ਆਪਣੀ ਗੱਡੀਆਂ ਦੀ ਪ੍ਰੋਪਰ ਮੇਨਟੇਨੈਂਸ ਦੇਖਭਾਲ ਕਰਨ ਤਾਂ ਕਿ ਜਿਹੜੀ ਉਹਨਾਂ ਦੀ ਗੱਡੀਆਂ ਹੈਗੀਆਂ ਨੇ ਉਹ ਰੋਡ ਵਰਤੀ ਹੋਣ। ਮੀਨਿੰਗ ਕਿ ਜਦੋਂ ਰੋਡ ਦੇ ਉੱਤੇ ਹਨ ਤੇ ਹਰ ਤਰੀਕੇ ਨਾਲ ਉਹ ਸੇਫ ਰਹੇ। ਜੇ ਫਰਜ਼ ਕਰੋ ਤੁਸੀਂ ਆਪਣੀ ਗੱਡੀ ਖੁਦ ਚਲਾਉਂਦੇ ਹੈਗੇ ਹੋ ਜਾਂ ਫਿਰ ਤੁਸੀਂ ਆਪਣੀ ਗੱਡੀ ਕਿਸੇ ਹੋਰ ਨੂੰ ਦਿੰਦੇ ਹੈਗੇ ਹੋ, ਕੋਈ ਹੋਰ ਤੁਹਾਡੀ ਗੱਡੀ ਚਲਾ ਰਿਹਾ ਹੈਗਾ ਤੇ ਖੁਦਾ ਨਾ ਖਾਸਤਾ ਜੇ ਕੋਈ ਐਕਸੀਡੈਂਟ ਹੋ ਜਾਏ ਤੇ ਹਮੇਸ਼ਾ ਡਰਾਈਵਰ ਨੂੰ ਤੇ ਲੋਕ ਸੂ ਕਰਦੇ ਹੀ ਕਰਦੇ ਹੈਗੇ ਨੇ, ਪਰ ਜਿਹੜਾ ਵਹੀਕਲ ਦਾ ਓਨਰ ਹੈਗਾ ਉਹਨਾਂ ਨੂੰ 100% ਸਾਰਾ ਟਾਈਮ ਉਹ ਵੀ ਨਾਲ ਸੂ ਕਰਦੇ ਹੈਗੇ ਨੇ। ਕਿਉਂ? ਕਿਉਂਕਿ ਉਹ ਕਹਿੰਦੇ ਹੈਗੇ ਨੇ ਕਿ ਓਨਰ ਦੀ ਰਿਸਪੌਂਸਿਬਿਲਿਟੀ ਹੈਗੀ ਕਿ ਉਹ ਆਪਣੇ ਵਹੀਕਲ ਦੀ ਪ੍ਰੋਪਰ ਮੇਨਟੇਨੈਂਸ ਕਰਨ ਤੇ ਓਨਰ ਦੀ ਰਿਸਪੌਂਸਿਬਿਲਿਟੀ ਹੈਗੀ ਕਿ ਅਗਰ ਉਹ ਆਪਣੀ ਗੱਡੀ ਕਿਸੇ ਨੂੰ ਦਿੰਦੇ ਹੈਗੇ ਨੇ, ਲੈਂਡ ਕਰਦੇ ਨੇ ਚਲਾਉਣ ਵਾਸਤੇ, ਤੇ ਉਹ ਧਿਆਨ ਦੇਣ ਕਿ ਉਹ ਜਿਹੜਾ ਬੰਦਾ ਹੈਗਾ ਉਹ ਰਿਸਪੌਂਸਿਬਲ ਹੈਗਾ। ਤੇ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਦੇ ਮੇਨਟੇਨੈਂਸ ਦੇ ਬਾਰੇ ਵਿੱਚ। ਤੇ ਕਈ ਵਾਰ ਐਸੇ ਹੁੰਦਾ ਵੀ ਲੋਕੀ ਹੈਗੇ ਨੇ ਮੇਨਟੇਨੈਂਸ ਨੂੰ ਇਗਨੋਰ ਕਰ ਛੱਡਦੇ ਹੈਗੇ ਨੇ, ਪਰ ਜੇ ਉਸ ਉਨ ਸਰਕਮਸਟੈਂਸਿਸ ਦੇ ਵਿੱਚ ਕੋਈ ਐਕਸੀਡੈਂਟ ਹੋ ਗਿਆ ਤੇ ਇਹ ਗੱਲ ਕੱਲ ਨੂੰ ਬਾਅਦ ਵਾਪਿਸ ਆਉਂਦੀ ਹੈਗੀ ਕਿ ਜਿਹੜਾ ਡਰਾਈਵਰ ਸੀ ਉਹ ਡਰਾਈਵਰ ਨੂੰ ਬ੍ਰੇਕਸ ਨੂੰ, ਫੋਰ ਐਗਜ਼ਾਮਪਲ ਬ੍ਰੇਕਸ ਨੂੰ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਬ੍ਰੇਕ ਪੈਡਸ ਜਿਹੜੇ ਹੈਗੇ ਸੀ ਫੋਰ ਐਗਜ਼ਾਮਪਲ ਡਿਫੈਕਟਿਵ ਹੈਗੇ ਸੀ ਜਾਂ ਬ੍ਰੇਕ ਪੈਡ ਸੀ ਉਹ ਬੜੇ ਖਤਮ ਹੋ ਗਏ ਸੀ ਤੇ ਬ੍ਰੇਕ ਚੰਗੇ ਨਾਲ ਲੱਗੀ ਨਹੀਂ ਤੇ ਐਕਸੀਡੈਂਟ ਹੋ ਗਿਆ। ਤੇ ਉਹ ਜਿਹੜਾ ਡਰਾਈਵਰ ਹੈ ਉਹ ਵੀ ਜ਼ਿੰਮੇਵਾਰ ਹੈਗਾ ਤੇ ਓਨਰ ਵੀ ਜ਼ਿੰਮੇਵਾਰ ਹੈਗਾ, ਕਿਉਂਕਿ ਓਨਰ ਦੀ ਰਿਸਪੌਂਸਿਬਿਲਿਟੀ ਹੈਗੀ ਕਿ ਹਰ ਜਿਹੜੀ ਮੇਨਟੇਨੈਂਸ ਹੈ ਗੱਡੀ ਦੀ ਉਹਦਾ ਧਿਆਨ ਦਿੱਤਾ ਜਾਏ। ਤੇ ਫੋਰ ਐਗਜ਼ਾਮਪਲ ਜਿਹੜੇ ਟਾਇਰ ਹੈਗੇ ਨੇ ਉਹਨਾਂ ਦਾ ਪ੍ਰੈਸ਼ਰ ਠੀਕ ਹੋਣਾ ਚਾਹੀਦਾ ਹੈਗਾ, ਬ੍ਰੇਕ ਹੈਗੀ ਉਹ ਪ੍ਰੋਪਰਲੀ ਮੇਨਟੇਨ ਹੋਣੀ ਚਾਹੀਦੀ ਹੈਗੀ, ਜਿਹੜੀ ਹੈਡਲਾਈਟਸ ਹੈਗੀਆਂ ਨੇ, ਹੈਡਲਾਈਟਸ ਵੀ ਟੇਲ ਲਾਈਟਸ ਵੀ ਉਹ ਵੀ ਪ੍ਰੋਪਰਲੀ ਕੰਮ ਕਰਦੀਆਂ ਹੋਣ, ਬ੍ਰੇਕ ਫਲੂਇਡਸ ਹੋਏ, ਆਇਲ ਲੈਵਲ ਠੀਕ ਹੋਣ, ਇਹ ਸਾਰੀਆਂ ਦੀ ਸਾਰੀਆਂ ਰਿਸਪੌਂਸਿਬਿਲਿਟੀ ਹੈਗੀਆਂ ਨੇ ਇਹ ਗੱਡੀ ਦੇ ਓਨਰ ਦੀ ਹੈਗੀਆਂ ਨੇ। ਕਈ ਵਾਰ ਫੋਰ ਐਗਜ਼ਾਮਪਲ ਜਿਵੇਂ ਮੈਨੂਫੈਕਚਰਰਸ ਦੀ ਤਰਫੋਂ ਰੀਕਾਲ ਦੀ ਵਾਰਨਿੰਗ ਆਉਂਦੀ ਹੈਗੀ, ਡੀਲਰਸ਼ਿਪ ਜਾਂ ਹੋਰ ਮੈਨੂਫੈਕਚਰਰਸ ਰੀਕਾਲ ਕਰਦੇ ਹੈਗੇ ਨੇ ਤੇ ਲੋਕਾਂ ਨੂੰ ਖਾਸ ਧਿਆਨ ਦੇਣਾ ਚਾਹੀਦਾ ਹੈਗਾ ਵੀ ਅਗਰ ਕਿਸੇ ਰੀਕਾਲ ਆਇਆ ਹੈ ਕਿਸੇ ਗੱਡੀ ਦਾ ਤੇ ਤੁਸੀਂ ਉਸ ਤਰ੍ਹਾਂ ਦੀ ਗੱਡੀ ਨੂੰ ਚਲਾਉਂਦੇ ਹੈਗੇ ਹੋ, ਮੇਕ ਸ਼ੋਰ ਤੁਸੀਂ ਆਪਣੀ ਗੱਡੀ ਦਾ ਪ੍ਰੋਪਰ ਈਅਰ ਮਾਡਲ ਚੈੱਕ ਕਰੋ, ਕਿਉਂਕਿ ਜੇ ਤੁਹਾਡੀ ਗੱਡੀ ਦਾ ਕੋਈ ਰੀਕਾਲ ਆਇਆ ਹੈ ਮੈਨੂਫੈਕਚਰਰਸ ਦੇ ਬਾਰੇ, ਉਹਨਾਂ ਨੇ ਬੋਲਿਆ ਵੀ ਕੋਈ ਡਿਫੈਕਟ ਹੈਗਾ ਜੋ ਫਿਕਸ ਕਰਾਉਣਾ ਹੈ ਔਰ ਤੁਸੀਂ ਨਹੀਂ ਕਰਾਉਂਦੇ ਹੈਗੇ ਹੋ ਤੇ ਕੱਲ ਨੂੰ ਜਾ ਕੇ ਉਹ ਗੱਡੀ ਦਾ ਐਕਸੀਡੈਂਟ ਹੁੰਦਾ ਹੈਗਾ, ਚਾਹੇ ਤੁਸੀਂ ਚਲਾਉਂਦੇ ਹੋ ਜਾਂ ਹੋਰ ਕੋਈ ਚਲਾਉਂਦੇ ਹੋਏ, ਦੇ ਵਿਲ ਕਮ ਆਫਟਰ ਯੂ, ਦੇ ਵਿਲ ਸੇ ਕਿ ਤੁਹਾਡੀ ਜ਼ਿੰਮੇਦਾਰੀ ਸੀ ਤੁਸੀਂ ਜਿਹੜਾ ਹੈਗਾ ਡਿਫੈਕਟਿਵ ਪਾਰਟ ਨੂੰ ਨਹੀਂ ਰਿਪਲੇਸ ਕਰਾਇਆ ਤਾਂ ਨਾਓ ਇਟਸ ਯੋਰ ਰਿਸਪੌਂਸਿਬਿਲਿਟੀ। ਸਿਮਿਲਰਲੀ ਜੇ ਤੁਸੀਂ ਕਈ ਵਾਰ ਐਸੇ ਹੁੰਦਾ ਹੈ ਵੀ ਲੋਕੀ ਮਕੈਨਿਕ ਕੋਲ ਲੈ ਜਾਂਦੇ ਹੈਗੇ ਨੇ, ਪ੍ਰੋਪਰ ਮੇਨਟੇਨੈਂਸ ਨਹੀਂ ਹੋਈ ਜਾਂ ਲੈ ਗਏ ਮਕੈਨਿਕ ਕੋਲ ਲੈ ਗਏ ਪਰ ਉਹਦਾ ਦੀ ਨਾ ਪ੍ਰੋਪਰ ਪੇਪਰ ਵਰਕ ਨਹੀਂ ਹੈਗਾ ਤੇ ਕੱਲ ਨੂੰ ਗੱਡੀ ਦਾ ਐਕਸੀਡੈਂਟ ਹੁੰਦਾ ਹੈ ਤੇ ਇਹ ਗੱਲ ਸਾਹਮਣੇ ਆਉਂਦੀ ਹੈ ਵੀ ਕੋਈ ਮਕੈਨੀਕਲ ਡਿਫਾਲਟ ਹੈਗਾ ਸੀ ਗੱਡੀ ਦੇ ਵਿੱਚ, ਉਸ ਕਰਕੇ ਗੱਡੀ ਦਾ ਐਕਸੀਡੈਂਟ ਹੋ ਗਿਆ ਤੇ ਓਨਰ ਰਿਸਪੌਂਸਿਬਿਲਿਟੀ ਹੈ। ਜੇ ਓਨਰ ਦੇ ਕੋਲ ਪੇਪਰ ਵਰਕ ਹੈ ਵੀ ਉਹ ਦਿਖਾਣ ਸਕਣ ਵੀ ਅਸੀਂ ਫਲਾਣੀ ਮਕੈਨਿਕ ਤੋਂ ਗਏ ਸੀ, ਅਸੀਂ ਇਹ ਚੀਜ਼ ਉੱਥੇ ਫਿਕਸ ਕਰਾਈ ਸੀ, ਤੇ ਤੁਸੀਂ ਉਸ ਪੇਪਰ ਬੁੱਕ ਨੂੰ ਦਿਖਾ ਕੇ ਕਹਿ ਸਕਦੇ ਹੈਗੇ ਹੋ ਕਿ ਇਹ ਮੇਰੀ ਰਿਸਪੌਂਸਿਬਿਲਿਟੀ ਨਹੀਂ ਹੈਗੀ, ਆਈ ਟੁਕ ਇਟ ਟੂ ਪ੍ਰੋਪਰ ਮਕੈਨਿਕ, ਇਹ ਉਹਨਾਂ ਦੀ ਆਗੇ ਰਿਸਪੌਂਸਿਬਿਲਿਟੀ ਹੈਗੀ। ਪਰ ਜੇ ਤੁਹਾਡੇ ਕੋਲ ਉਹ ਪੇਪਰ ਵਰਕ ਨਹੀਂ ਹੈਗਾ ਤੇ ਜਿਹੜੀ ਗੱਡੀ ਦਾ ਐਕਸੀਡੈਂਟ ਉਹ ਮਕੈਨੀਕਲ ਫੇਲੀਅਰ ਦੀ ਵਜ੍ਹਾ ਜਾਂ ਮਕੈਨੀਕਲ ਡਿਫੈਕਟ ਦੀ ਵਜ੍ਹਾ ਹੋਇਆ ਤੇ ਤੁਸੀਂ ਫਿਰ ਉਹਦੇ ਜ਼ਿੰਮੇਦਾਰ ਮਾਨੇ ਜਾਓਗੇ। ਤੇ ਇਸ ਕਰਕੇ ਪਲੀਜ਼ ਬੀ ਕੇਅਰਫੁਲ, ਆਪਣੀ ਗੱਡੀਆਂ ਨੂੰ ਪ੍ਰੋਪਰਲੀ ਮੇਨਟੇਨ ਕਰੋ। ਤੁਹਾਡੀ ਰਿਸਪੌਂਸਿਬਿਲਿਟੀ ਹੈਗੀ ਕਿ ਤੁਸੀਂ ਉਹਨੂੰ ਪ੍ਰੋਪਰਲੀ ਮੇਨਟੇਨ ਕਰੋ। ਜੇ ਤੁਸੀਂ ਕਿਸੇ ਹੋਰ ਨੂੰ ਵੀ ਦਿੰਦੇ ਹੈਗੇ ਹੋ ਤੇ ਮੇਕ ਸ਼ੋਰ ਕਿ ਜਿਹੜਾ ਬੰਦੇ ਜਿਸ ਕਿਸੇ ਨੂੰ ਦੇ ਰਹੇ ਹੋ ਉਹਨਾਂ ਕੋਲ ਪ੍ਰੋਪਰ ਡਰਾਈਵਰ ਲਾਇਸੈਂਸ ਹੈਗਾ, ਉਹ ਗੁੱਡ ਡਰਾਈਵਰਸ ਹੈਗੇ ਨੇ, ਤਾਂ ਕਿ ਇਹ ਜਿਹੜੀ ਹੈ
ਤੁਸੀਂ ਆਪਣੀ ਰਿਸਪੌਂਸਿਬਿਲਟੀ ਨੂੰ ਬਕਾਇਦਾ ਡਿਸਚਾਰਜ ਕਰ ਸਕੋ। ਤੇ ਜੇ ਇਸ ਕਿਸੇ ਦਾ ਐਕਸੀਡੈਂਟ ਹੋਇਆ ਹੈਗਾ ਵਹੀਕਲ ਦੀ ਫੇਲੀਅਰ ਦੇ ਰਿਸਪੌਂਸਿਬਿਲਿਟੀ ਨਹੀਂ ਪ੍ਰੋਪਰਲੀ ਕੀਤੀ ਗਈ ਤੇ ਵਹੀਕਲ ਦੇ ਡਿਫੈਕਟ ਦੇ ਵਿੱਚ ਕੋਈ ਹੋਇਆ ਹੈ, you want to get more information, you can always call me. ਮੇਰਾ ਨੰਬਰ ਹੈਗਾ 4167340439 416-734-0439। ਥੈਂਕ ਯੂ ਸੋ ਮਚ ਅਨੂ ਜੀ। ਔਰ ਤੁਸੀਂ ਬੜੀ ਅੱਛੀ ਜਿਹੜੀ ਇਨਫੋਰਮੇਸ਼ਨ ਦਿੱਤੀ ਹੈ, ਔਰ ਜਿਸ ਤਰ੍ਹਾਂ ਤੁਸੀਂ ਇਹ ਦੱਸਿਆ ਹੈ ਕਿ ਕਈ ਵਾਰੀ ਰਿਕਾਲ ਵਾਸਤੇ ਗੱਡੀਆਂ ਮੰਗਾਈਆਂ ਜਾਂਦੀਆਂ ਨੇ, ਲੈਟਰਸ ਭੇਜੀਆਂ ਜਾਂਦੀਆਂ ਨੇ, ਔਰ ਕਈ ਵਾਰੀ ਤੁਸੀਂ ਇਸ ਤਰ੍ਹਾਂ ਕਰਦੇ ਹੋ ਤੁਹਾਨੂੰ ਲੱਗਦਾ ਕਿ ਲੈਟਰ ਆ ਗਈ ਹੈ, ਕੋਈ ਗੱਲ ਨਹੀਂ ਅੱਜ ਜਾਣਿਆ ਕੱਲ ਜਾਣਿਆ ਕਰਕੇ, ਔਰ ਉਹ ਜਿਹੜਾ ਹੈ ਤੁਹਾਡੇ ਕੋਲੋਂ ਜੇ ਅਣਗਹਿਲੀ 'ਚ ਰਹਿ ਜਾਂਦੀ ਹੈ ਤੇ ਫਿਰ ਉਹ ਤੁਹਾਡੀ ਆਪਣੀ ਹੀ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ। ਤੇ ਇਹ ਵੀ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ, ਕਿਉਂਕਿ ਜਿਸ ਤਰ੍ਹਾਂ ਤੁਹਾਨੂੰ ਕੋਈ ਬ੍ਰੇਕਿੰਗ ਦੇ ਵਿੱਚ ਕੋਈ ਇਸ਼ੂ ਆ ਰਿਹਾ ਹੈ, ਕੋਈ ਲਾਈਟ ਤੁਹਾਨੂੰ ਲੱਗਦਾ ਹੈ ਕਿ ਬਸਟਡ ਹੋ ਗਈ ਹੈ, ਉਹ ਤਾਂ ਤੁਹਾਡੀ ਨਜ਼ਰ 'ਚ ਹੈਗਾ ਤੇ ਤੁਸੀਂ ਉਹਨੂੰ ਜਲਦੀ ਤੋਂ ਫਿਕਸ ਕਰਾਉਣ ਦੀ ਕੋਸ਼ਿਸ਼ ਕਰਦੇ ਹੋ। ਪਰ ਅਕਸਰ ਜਿਹੜੀ ਇਹ ਆਟੋ ਵਹੀਕਲਸ ਜਿਹੜੀ ਕੰਪਨੀਆਂ ਹੈਗੀਆਂ ਨੇ, ਇਹ ਰਿਕਾਲ ਵਾਸਤੇ ਕਈ ਲੈਟਰਸ ਭੇਜਦੀਆਂ ਨੇ ਕਿ ਕੁਝ ਇਸ਼ੂ ਹੈਗਾ ਤਾਂ ਕਿ ਉਹ ਫਿਕਸ ਕਰ ਸਕਣ, ਤੇ ਉਸਨੂੰ ਤੁਸੀਂ ਬਿਲਕੁਲ ਅਣਗਹਿਲਿਆ ਨਹੀਂ ਕਰਨਾ ਔਰ ਦੇਰ ਨਹੀਂ ਕਰਨੀ, ਉਹਨੂੰ ਨਾਲ ਦੇ ਨਾਲ ਹੀ ਫਿਕਸ ਕਰਾਣਾ ਹੈ। ਔਰ ਥੈਂਕ ਯੂ ਸੋ ਮਚ ਅਨੂ ਜੀ, ਜਿਹੜੀ ਤੁਸੀਂ ਸਾਰੀ ਇਨਫੋਰਮੇਸ਼ਨ ਦਿੱਤੀ ਹੈ। ਨੰਬਰ ਇੱਕ ਵਾਰੀ ਅਸੀਂ ਤੁਹਾਡਾ ਬੋਲ ਦਿੰਦੇ ਹਾਂ 416-734-0439 4167340439। ਥੈਂਕ ਯੂ Thank you, Meenakshi ji. ਥੈਂਕ ਯੂ ਜੀ।